ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਮੈਂ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ ਉਹ ਕੋਵਿਡ-19 ਨੂੰ ਲੈ ਕੇ ਹੁਣ ਤੱਕ ਜਿੰਨੇ ਵੀ ਐਲਾਨ ਹੋਏ ਨੇ ਕੈਨੇਡਾ ਸਰਕਾਰ ਦੇ ਵੱਲੋਂ ਮਦਦ ਵਾਸਤੇ ਜਿਹੜੇ ਕਦਮ ਚੁੱਕੇ ਗਏ ਨੇ ਅਪ੍ਰੈਲ ਮਹੀਨੇ ਤੱਕ ਦਸੰਬਰ ਦੇ ਅੰਤ ਤੋਂ ਲੈ ਕੇ ਕੋਵਿਡ-19 ਦੇ ਸੰਬੰਧੀ ਕਿਵੇਂ ਕੈਨੇਡਾ ਦੇ ਵਿੱਚ ਆਇਆ, ਪਹਿਲਾ ਕੇਸ ਕਿਸ ਦਿਨ ਆਇਆ ਤੇ ਉਸ ਤੋਂ ਬਾਅਦ ਸਰਕਾਰ ਨੇ ਸਮੇਂ-ਸਮੇਂ ਉੱਤੇ ਕਿਹੜੀ ਐਪਲੀਕੇਸ਼ਨ ਲਾਂਚ ਕੀਤੀ ਤੇ ਕਿਹੜੇ ਪ੍ਰੋਗਰਾਮ ਸਾਹਮਣੇ ਲਿਆਂਦੇ, ਮਦਦ ਦੇ ਵਾਸਤੇ ਕਿਹੜੇ ਕਦਮ ਚੁੱਕੇ ਗਏ, ਉਹ ਸਾਰੀ ਜਾਣਕਾਰੀ ਦਵਾਂਗੀ ਤੇ ਤਰੀਕਾਂ ਦੇ ਹਿਸਾਬ ਦੇ ਨਾਲ ਇਹ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੀ ਜੋ ਕਿ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਜਾਣਕਾਰੀ ਦੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜੋ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਆਧਾਰ ਤੇ ਹੀ ਇਹ ਸਾਰੀ ਜਾਣਕਾਰੀ ਹੋਵੇਗੀ। ਤੇ ਇਸ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਕਿ ਆਖਿਰ ਕੋਵਿਡ-19 ਦੇ ਬਾਰੇ ਪਤਾ ਕਦੋਂ ਲੱਗਿਆ। ਸਭ ਤੋਂ ਪਹਿਲਾਂ ਦਸੰਬਰ 31 ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਅਲਰਟ ਕਰ ਦਿੱਤਾ ਗਿਆ ਸੀ ਕਿ ਵੁਹਾਨ ਚਾਈਨਾ ਦੇ ਵਿੱਚ ਨਿਮੋਨੀਆ ਦੇ ਕੋਈ ਕੇਸ ਆਏ ਨੇ ਤੇ ਉਹ ਅਜਿਹਾ ਵਾਇਰਸ ਹੈ ਜੋ ਕਿਸੇ ਹੋਰ ਮੌਜੂਦਾ ਵਾਇਰਸ ਦੇ ਨਾਲ ਮੇਲ ਨਹੀਂ ਖਾਂਦਾ। ਦਸੰਬਰ 31 2019 ਨੂੰ WHO ਨੂੰ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਜਨਵਰੀ 7 2020 ਨੂੰ ਚੀਨ ਨੇ ਪੁਸ਼ਟੀ ਕੀਤੀ ਸੀ ਕਿ ਉੱਥੇ ਕੋਵਿਡ-19 ਵਾਇਰਸ ਆ ਚੁੱਕਿਆ ਹੈ ਤੇ ਇਸ ਵਾਇਰਸ ਨੂੰ ਇਹ ਨਾਮ ਵੀ ਮਿਲਿਆ। ਤੇ ਇਸ ਤੋਂ ਬਾਅਦ ਹੁਣ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਸ਼ੁਰੂਆਤ ਹੋਈ ਤੇ ਜਨਵਰੀ 15 ਨੂੰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਐਮਰਜੈਂਸੀ ਆਪਰੇਸ਼ਨ ਸੈਂਟਰ ਨੂੰ ਆਗਾਹ ਕਰ ਦਿੱਤਾ ਸੀ ਕਿ ਕੈਨੇਡਾ ਦੇ ਵਿੱਚ ਕੋਵਿਡ-19 ਨੂੰ ਲੈ ਕੇ ਜਿਹੜੇ ਕਦਮ ਚੁੱਕੇ ਜਾਣ ਤੇ ਇਸ ਦੇ ਉੱਤੇ ਐਕਟਿਵ ਹੋ ਕੇ ਕੰਮ ਸ਼ੁਰੂ ਕੀਤਾ ਜਾਵੇ। ਤੇ ਉਸ ਤੋਂ ਬਾਅਦ ਜਨਵਰੀ 22 2020 ਨੂੰ ਕੈਨੇਡਾ ਨੇ ਕੋਵਿਡ-19 ਨਾਲ ਸੰਬੰਧੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਸੀ ਆਪਣੇ ਏਅਰਪੋਰਟਸ ਦੇ ਉੱਤੇ ਕਿ ਚੀਨ ਤੋਂ ਜਿਹੜੇ ਵੀ ਵਿਅਕਤੀ ਆ ਰਹੇ ਸਨ ਇੰਟਰਨੈਸ਼ਨਲ ਏਅਰਪੋਰਟਸ ਦੇ ਉੱਤੇ, ਖਾਸ ਤੌਰ ਤੇ ਮੌਂਟਰੀਅਲ, ਟੋਰਾਂਟੋ ਤੇ ਵੈਨਕੂਵਰ, ਉਹਨਾਂ ਸਾਰੇ ਯਾਤਰੀਆਂ ਦੀ ਸਕਰੀਨਿੰਗ ਹੋਣੀ ਸ਼ੁਰੂ ਹੋ ਗਈ ਸੀ ਜਨਵਰੀ 22 ਨੂੰ। ਤੇ ਉਸ ਤੋਂ ਬਾਅਦ ਜਨਵਰੀ 25 ਨੂੰ ਕੈਨੇਡਾ ਵਿੱਚ ਪਹਿਲਾ ਕੇਸ ਕੋਵਿਡ-19 ਦਾ ਸਾਹਮਣੇ ਆਇਆ ਤੇ ਪੁਸ਼ਟੀ ਕੀਤੀ ਗਈ ਕਿ ਵੁਹਾਨ ਚਾਈਨਾ ਤੋਂ ਇਹ ਇੱਕ ਕੇਸ ਯਾਤਰੀ ਦੇ ਨਾਲ ਸਾਹਮਣੇ ਆਇਆ ਹੈ। ਤੇ ਉਸ ਤੋਂ ਬਾਅਦ ਜਨਵਰੀ 30 ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਆਊਟਬ੍ਰੇਕ ਹੋਣ ਦੀ ਕਿ ਇਹ ਬਿਮਾਰੀ ਫੈਲ ਚੁੱਕੀ ਹੈ ਐਲਾਨ ਕਰ ਦਿੱਤਾ ਸੀ ਕੋਵਿਡ-19 ਨੂੰ ਲੈ ਕੇ ਤੇ ਇਸ ਦੇ ਨਾਲ ਹੀ ਇੰਟਰਨੈਸ਼ਨਲ ਤੌਰ ਦੇ ਉੱਤੇ ਇਸ ਦੇ ਉੱਤੇ ਚਿੰਤਾ ਦਾ ਪ੍ਰਗਟਾਵਾ WHO ਨੇ ਜਨਵਰੀ 30 ਨੂੰ ਕਰ ਦਿੱਤਾ ਸੀ। ਫਿਰ ਉਸ ਤੋਂ ਬਾਅਦ ਫੈਬਰਵਰੀ 9 ਨੂੰ ਕੈਨੇਡਾ ਨੇ ਕੋਵਿਡ-19 ਨਾਲ ਸੰਬੰਧਿਤ ਸਕਰੀਨਿੰਗ ਨੂੰ ਹੋਰ ਜ਼ਿਆਦਾ ਵਧਾ ਦਿੱਤਾ। ਯਾਤਰੀਆਂ ਸੰਬੰਧੀ ਇਸ ਦਾ ਦਾਇਰਾ ਵਧਾ ਦਿੱਤਾ ਗਿਆ ਕਿ 10 ਵੱਖਰੇ ਏਅਰਪੋਰਟਸ ਦੇ ਉੱਤੇ ਵੱਖਰੇ 6 ਸੂਬਿਆਂ ਦੇ ਵਿੱਚ ਜਿਹੜੇ ਵੀ ਯਾਤਰੀ ਆ ਰਹੇ ਸਨ ਉਹਨਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਸੀ। ਤੇ ਉਸ ਤੋਂ ਬਾਅਦ ਫਰਵਰੀ 20 2020 ਨੂੰ ਕੈਨੇਡਾ ਦੇ ਵਿੱਚ ਅਜਿਹਾ ਪਹਿਲਾ ਕੇਸ ਕੋਵਿਡ-19 ਦਾ ਸਾਹਮਣੇ ਆਇਆ ਜੋ ਕਿ ਚੀਨ ਤੋਂ ਆਏ ਯਾਤਰੀਆਂ ਦੇ ਨਾਲ ਸੰਬੰਧਿਤ ਨਹੀਂ ਸੀ, ਚੀਨ ਤੋਂ ਬਾਹਰ ਆਏ ਯਾਤਰੀਆਂ ਨਾਲ ਸੰਬੰਧਿਤ ਸੀ। ਪਰ ਇੱਥੇ ਜ਼ਿਕਰਯੋਗ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਨਵਰੀ 25 ਨੂੰ ਕੈਨੇਡਾ ਦੇ ਵਿੱਚ ਕੋਵਿਡ-19 ਪਹੁੰਚ ਚੁੱਕਿਆ ਸੀ। ਪਹੁੰਚਿਆ ਤਾਂ ਪਹਿਲਾਂ ਹੋਵੇਗਾ ਪਰ 25 ਨੂੰ ਇੱਕ ਕੇਸ ਦੀ ਪੁਸ਼ਟੀ ਹੋ ਗਈ ਸੀ। ਜਿਸ ਤੋਂ ਬਾਅਦ ਮਾਰਚ 9 ਨੂੰ ਕੈਨੇਡਾ ਨੇ ਕੋਵਿਡ-19 ਦੇ ਕੇਸ ਦੇ ਸੰਬੰਧੀ ਪਹਿਲੀ ਮੌਤ ਹੋਣ ਦੀ ਜਾਣਕਾਰੀ ਦਿੱਤੀ। ਕੈਨੇਡਾ ਦੇ ਵਿੱਚ ਪਹਿਲੀ ਮੌਤ ਮਾਰਚ 9 2020 ਨੂੰ ਹੋਈ ਕੋਵਿਡ-19 ਨਾਲ ਸੰਬੰਧਿਤ। ਤੇ ਉਸ ਤੋਂ ਬਾਅਦ ਮਾਰਚ 11 ਨੂੰ WHO ਨੇ ਇਸ ਬਿਮਾਰੀ ਨੂੰ ਮਹਾਮਾਰੀ ਦਾ ਨਾਮ ਦੇ ਦਿੱਤਾ ਤੇ ਮਾਰਚ 11 ਤੋਂ ਬਾਅਦ ਦੁਨੀਆ ਭਰ ਦੇ ਵਿੱਚ ਕੋਵਿਡ-19 ਦੀ ਮਹਾਮਾਰੀ ਫੈਲਣ ਦੀ ਗੱਲ ਫੈਲ ਵੀ ਗਈ ਤੇ ਇਸ ਦੇ ਉੱਤੇ ਹਾਹਾਕਾਰ ਵੀ ਉਸੇ ਸਮੇਂ ਮਚੀ ਤੇ ਉਸੇ ਸਮੇਂ ਤੋਂ ਫੈਸਲੇ ਲਏ ਜਾਣ ਲੱਗੇ ਸਨ ਕਿ ਵੱਖਰੇ ਦੇਸ਼ਾਂ ਨੇ ਬੰਦ ਦਾ ਐਲਾਨ ਵੀ ਕਰ ਦਿੱਤਾ ਸੀ। ਤੇ ਉਸ ਤੋਂ ਬਾਅਦ ਮਾਰਚ 13 ਨੂੰ ਕੈਨੇਡਾ ਨੇ ਸਲਾਹ ਦਿੱਤੀ ਸੀ ਸਾਰੇ ਹੀ ਕੈਨੇਡੀਅਨਸ ਨੂੰ ਕਿ ਉਹ ਨਾਨ ਅਸੈਂਸ਼ੀਅਲ ਯਾਨੀ ਕਿ ਗੈਰ ਜ਼ਰੂਰੀ ਟਰੈਵਲ ਨੂੰ ਬੰਦ ਕਰ ਦੇਣ ਕਿ ਉਹ ਜੇਕਰ ਲੋੜ ਨਹੀਂ ਹੈ ਤਾਂ ਕੈਨੇਡਾ ਤੋਂ ਬਾਹਰ ਨਾ ਜਾਣ ਜਦੋਂ ਤੱਕ ਅਗਲਾ ਨੋਟਿਸ ਨਹੀਂ ਆਉਂਦਾ। ਤੇ ਇਸ ਸੰਬੰਧੀ ਮਾਰਚ 13 ਨੂੰ ਨੋਟਿਸ ਦਿੱਤਾ ਗਿਆ ਸੀ ਤੇ ਮਾਰਚ 16 ਨੂੰ ਕੈਨੇਡਾ ਨੇ ਯਾਤਰੀਆਂ ਨੂੰ ਕੈਨੇਡਾ ਦੇ ਵਿੱਚ ਆਉਣ ਦੇ ਵਾਸਤੇ 14 ਦਿਨ ਦੇ ਲਈ ਖੁਦ ਨੂੰ ਵੱਖਰੇ ਤੌਰ ਦੇ ਉੱਤੇ ਰੱਖਣ ਲਈ ਕਹਿ ਦਿੱਤਾ ਸੀ ਕਿ ਜਿਹੜਾ ਵੀ ਵਿਅਕਤੀ ਕੈਨੇਡਾ ਵਿੱਚ ਆਉਂਦਾ ਹੈ ਉਹ 14 ਦਿਨ ਲਈ ਆਪਣੇ ਆਪ ਨੂੰ ਆਈਸੋਲੇਟ ਜ਼ਰੂਰ ਕਰੇ। ਮਾਰਚ 16 ਨੂੰ ਇਹ ਕਿਹਾ ਗਿਆ ਸੀ। ਤੇ ਉਸ ਤੋਂ ਬਾਅਦ ਮਾਰਚ 18 ਨੂੰ ਕੈਨੇਡਾ ਨੇ ਫੋਰਨ ਨੈਸ਼ਨਲਸ ਦੇ ਉੱਤੇ ਜਿਹੜੇ ਵੀ ਪ੍ਰਵਾਸੀ ਨੇ ਕੈਨੇਡਾ ਵਿੱਚ ਆਉਣ ਤੇ ਬੈਨ ਲਗਾ ਦਿੱਤਾ ਸੀ। ਜੋ ਕਿਸੇ ਵੀ ਦੇਸ਼ ਤੋਂ ਆਉਣ, ਸਿਰਫ ਅਮਰੀਕਾ ਤੋਂ ਆਉਣ ਵਾਲਿਆਂ ਦੇ ਉੱਤੇ ਬੈਨ ਨਹੀਂ ਸੀ ਲਗਾਇਆ ਗਿਆ ਮਾਰਚ 18 ਤੱਕ। ਤੇ ਕੈਨੇਡਾ US ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਗੈਰ ਜ਼ਰੂਰੀ ਟਰੈਵਲ ਦੇ ਵਾਸਤੇ ਤੇ ਨਾਲ ਹੀ ਇੰਟਰਨੈਸ਼ਨਲ ਯਾਤਰੀ ਨੇ ਜਿਹੜੇ ਫਲਾਈਟ ਆਉਂਦੀਆਂ ਸੀ ਉਹ ਵਾਪਸ ਵੀ ਭੇਜੀਆਂ ਗਈਆਂ। ਕੈਲਗਰੀ, ਵੈਨਕੂਵਰ, ਟੋਰਾਂਟੋ ਤੇ ਮੌਂਟਰੀਅਲ ਦੇ ਏਅਰਪੋਰਟਸ ਦੇ ਵਾਸਤੇ ਉਹ ਆ ਰਹੀਆਂ ਸਨ 4 ਏਅਰਪੋਰਟਸ ਦੇ ਉੱਤੇ।
ਤੇ ਉਸ ਤੋਂ ਬਾਅਦ ਮਾਰਚ 18 ਨੂੰ ਹੀ ਕੈਨੇਡਾ ਨੇ ਫਾਈਨੈਂਸ਼ੀਅਲ ਹੈਲਪ ਦੇ ਵਾਸਤੇ ਵੀ ਜੋ ਵਿੱਤੀ ਤੌਰ ਦੇ ਉੱਤੇ ਮਦਦ ਦਿੱਤੀ ਜਾਣੀ ਸੀ ਐਲਾਨ ਕਰ ਦਿੱਤਾ। ਕੋਵਿਡ-19 ਨੂੰ ਲੈ ਕੇ ਇਕਨੋਮਿਕ ਰਿਸਪੌਂਸ ਪਲਾਨ ਐਲਾਨਿਆ ਗਿਆ, ਜਿਸ ਦੇ ਵਾਸਤੇ ਕੈਨੇਡੀਅਨਸ ਤੇ ਬਿਜ਼ਨੈਸਿਸ ਦੇ ਵਾਸਤੇ ਜੋ ਕੋਵਿਡ-19 ਦੇ ਕਰਕੇ ਕਾਫੀ ਜ਼ਿਆਦਾ ਵਿੱਤੀ ਸੰਕਟ ਦਾ ਸਾਹਮਣਾ ਉਹਨਾਂ ਦੇ ਵੱਲੋਂ ਕਰਨਾ ਸ਼ੁਰੂ ਹੋ ਗਿਆ ਸੀ, ਉਹਨਾਂ ਦੇ ਵਾਸਤੇ ਐਲਾਨ ਦਿੱਤਾ ਗਿਆ। ਤੇ ਉਸ ਤੋਂ ਬਾਅਦ ਮਾਰਚ 23 ਨੂੰ ਕੈਨੇਡਾ ਨੇ ਆਪਣੇ ਕਿਸਾਨਾਂ ਦੇ ਵਾਸਤੇ ਤੇ ਐਗਰੀ ਫੂਡ ਬਿਜ਼ਨੈਸਿਸ ਦੇ ਵਾਸਤੇ ਮਦਦ ਦਾ ਐਲਾਨ ਕੀਤਾ ਤੇ ਉਹਨਾਂ ਸਾਰੇ ਕਿਸਾਨਾਂ ਦੇ ਲਈ ਮਦਦ ਐਲਾਨੀ ਗਈ ਜੋ ਕੋਵਿਡ-19 ਦੇ ਕਰਕੇ ਦਿੱਕਤ ਦਾ ਸਾਹਮਣਾ ਕਰ ਰਹੇ ਸਨ। ਤੇ ਇਸ ਤੋਂ ਬਾਅਦ ਮਾਰਚ 23 ਨੂੰ ਹੀ ਕੈਨੇਡਾ ਨੇ ਕੈਨੇਡੀਅਨ ਰਿਸਰਚਰਸ ਤੇ ਲਾਈਫ ਸਾਇੰਸਿਸ ਦੇ ਕੰਪਨੀਜ਼ ਨੇ ਜੋ ਉਹਨਾਂ ਦੇ ਵਾਸਤੇ ਵੀ ਐਲਾਨ ਕੀਤਾ ਕਿ ਉਹਨਾਂ ਨੂੰ ਮਦਦ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੋਵਿਡ-19 ਨਾਲ ਸੰਬੰਧੀ ਇਲਾਜ ਤੇ ਟੀਕਾ ਬਣਾਉਣ ਦੇ ਉੱਤੇ ਜਿਹੜੇ ਕੰਮ ਕਰਨਗੇ ਤੇ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਵਾਸਤੇ ਵੀ ਮਦਦ ਐਲਾਨੀ ਗਈ। ਤੇ ਉਸ ਤੋਂ ਬਾਅਦ ਮਾਰਚ 27 ਨੂੰ ਕੈਨੇਡਾ ਨੇ ਸਾਰੇ ਛੋਟੇ ਬਿਜ਼ਨੈਸਿਸ ਦੇ ਵਾਸਤੇ ਐਲਾਨ ਕੀਤਾ ਕਿ ਜਿੰਨੇ ਵੀ ਛੋਟੇ ਬਿਜ਼ਨਸ ਨੇ ਉਹਨਾਂ ਦੇ ਲਈ ਇਕਨੋਮਿਕ ਰਿਸਪੌਂਸ ਪਲਾਨ ਐਲਾਨਿਆ ਗਿਆ ਕੋਵਿਡ-19 ਨਾਲ ਸੰਬੰਧਿਤ। ਤੇ ਮਾਰਚ 29 ਨੂੰ ਕੈਨੇਡਾ ਨੇ ਲੋੜਵੰਦ ਕੈਨੇਡੀਅਨਸ ਦੇ ਵਾਸਤੇ ਸਿਹਤ ਤੇ ਸੋਸ਼ਲ ਤੇ ਇਕਨੋਮਿਕ ਤੌਰ ਦੇ ਉੱਤੇ ਜੋ ਉਹਨਾਂ ਦੇ ਅਸਰ ਪਿਆ ਉਹਨਾਂ ਦੀ ਮਦਦ ਦੇ ਵਾਸਤੇ ਵਿੱਤੀ ਮਦਦ ਐਲਾਨੀ। ਉਸ ਤੋਂ ਬਾਅਦ ਮਾਰਚ 30 ਨੂੰ ਹੋਰ ਜ਼ਿਆਦਾ ਇਸ ਨੂੰ ਸਥਾਈ ਬਣਾਇਆ ਗਿਆ ਕਿ ਜਿੰਨੇ ਵੀ ਯਾਤਰੀ ਕੈਨੇਡਾ ਦੇ ਵਿੱਚ ਵੱਖੋ ਵੱਖਰੇ ਏਅਰਪੋਰਟਸ ਦੇ ਉੱਤੇ ਆਉਂਦੇ ਨੇ, ਜੋ ਕੈਨੇਡਾ ਦੇ ਅੰਦਰ ਵੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਗੇ, ਉਹਨਾਂ ਦਾ ਵੀ ਸਿਹਤ ਨੂੰ ਲੈ ਕੇ ਜਦੋਂ ਬੋਰਡਿੰਗ ਹੋਵੇਗੀ ਤਾਂ ਚੈੱਕ ਹੋਵੇਗਾ ਕਿ ਉਹ ਬਿਲਕੁਲ ਠੀਕ ਨੇ, ਨਹੀਂ ਤਾਂ ਉਹਨਾਂ ਨੂੰ ਟਰੈਵਲ ਕਰਨ ਤੋਂ ਰੋਕਿਆ ਜਾਵੇਗਾ। ਤੇ ਉਸ ਤੋਂ ਬਾਅਦ ਮਾਰਚ 31 ਨੂੰ ਕੈਨੇਡਾ ਨੇ ਕੈਨੇਡੀਅਨ ਇੰਡਸਟਰੀਜ਼ ਦੇ ਨਾਲ ਆਪਣੀ ਪਾਰਟਨਰਸ਼ਿਪ ਦੇ ਬਾਰੇ ਐਲਾਨ ਕੀਤਾ, ਜਿਸ ਦੇ ਵਾਸਤੇ ਕੈਨੇਡਾ ਦੇ ਵੱਲੋਂ ਕੈਨੇਡਾ ਦੇ ਵਿੱਚ ਹੀ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਟ ਨੇ ਜੋ ਉਹ ਦੇਸ਼ ਦੇ ਵਿੱਚ ਹੀ ਬਣਾਏ ਜਾਣ, ਜਿਸ ਦੇ ਵਾਸਤੇ $2 ਬਿਲੀਅਨ ਦਾ ਪ੍ਰੋਗਰਾਮ ਐਲਾਨਿਆ ਗਿਆ ਤਾਂ ਕਿ ਕੈਨੇਡਾ ਦੇ ਵਿੱਚ ਹੀ ਵੈਂਟੀਲੇਟਰ ਤਿਆਰ ਹੋ ਸਕਣ ਤੇ ਪ੍ਰੋਟੈਕਟਿਵ ਪਰਸਨਲ ਇਕਵਿਪਮੈਂਟ ਤਿਆਰ ਹੋ ਸਕੇ, ਜਿਸ ਦੇ ਵਿੱਚ ਜਿਵੇਂ ਕਿ ਮਾਸਕ ਤੇ ਗਾਊਨਸ ਤੇ ਸੈਨੀਟਾਈਜ਼ਰਸ ਤੇ ਹੋਰ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਇਹਨਾਂ ਸਾਰਿਆਂ ਨੂੰ ਕੈਨੇਡਾ ਦੇ ਵਿੱਚ ਹੀ ਤਿਆਰ ਕਰਨ ਵਾਸਤੇ ਉਤਸ਼ਾਹਿਤ ਕੀਤਾ ਗਿਆ ਕੰਪਨੀਆਂ ਨੂੰ। ਫਿਰ ਉਸ ਤੋਂ ਬਾਅਦ ਅਪ੍ਰੈਲ 2 ਨੂੰ ਕੈਨੇਡਾ ਨੇ 10,000 ਕੇਸਾਂ ਦੀ ਗਿਣਤੀ ਪੂਰੀ ਕਰ ਲਈ ਸੀ ਕੋਵਿਡ-19 ਨੂੰ ਲੈ ਕੇ। ਤੇ ਉਸ ਤੋਂ ਬਾਅਦ ਅਪ੍ਰੈਲ 2 ਨੂੰ ਹੀ ਕੈਨੇਡਾ ਨੇ ਕੈਨੇਡਾ ਕੋਵਿਡ-19 ਐਪ ਵੀ ਲਾਂਚ ਕਰ ਦਿੱਤੀ ਸੀ, ਜੋ ਕਿ iOS ਤੇ ਐਂਡਰੋਇਡ ਫੋਨਸ ਦੇ ਵਾਸਤੇ ਸੀ, ਜਿਸ ਦੇ ਵਾਸਤੇ ਕੈਨੇਡੀਅਨਸ ਨੂੰ ਨਾਲ ਦੀ ਨਾਲ ਤਾਜ਼ਾ ਜਾਣਕਾਰੀ ਕੋਵਿਡ-19 ਨਾਲ ਸੰਬੰਧਿਤ ਦਿੱਤੀ ਜਾ ਰਹੀ ਸੀ। ਤੇ ਜਿੰਨੇ ਵੀ ਕੈਨੇਡੀਅਨ ਨੇ ਉਹ ਲੱਛਣ ਜਾਣਨਾ ਚਾਹੁੰਦੇ ਸੀ ਕਿ ਕੋਵਿਡ-19 ਨਾਲ ਸੰਬੰਧਿਤ ਕਿਹੋ ਜਿਹੇ ਹੋਣਗੇ, ਉਸ ਨੂੰ ਦੱਸਣ ਦੇ ਵਾਸਤੇ ਇਸ ਐਪਲੀਕੇਸ਼ਨ ਦੀ ਮਦਦ ਲਈ ਗਈ ਕਿ ਹਰ ਇੱਕ ਕੈਨੇਡੀਅਨ ਤੱਕ ਜਾਣਕਾਰੀ ਪਹੁੰਚ ਜਾਵੇ। ਤੇ ਅਪ੍ਰੈਲ 2 ਨੂੰ ਹੀ ਦੁਨੀਆ ਭਰ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 1 ਮਿਲੀਅਨ ਤੱਕ ਪਹੁੰਚ ਚੁੱਕੀ ਸੀ, ਯਾਨੀ ਕਿ 10 ਲੱਖ ਕੇਸ ਅਪ੍ਰੈਲ 2 ਤੱਕ ਹੋ ਚੁੱਕੇ ਸਨ। ਤੇ ਉਸ ਤੋਂ ਬਾਅਦ ਅਪ੍ਰੈਲ 3 ਨੂੰ ਕੈਨੇਡਾ ਨੇ ਐਲਾਨ ਕੀਤਾ ਕਿ ਉਹ $100 ਮਿਲੀਅਨ ਦੀ ਇਨਵੈਸਟਮੈਂਟ ਕਰਨਗੇ ਭੋਜਨ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਜਿਹੜੇ ਲੋੜਵੰਦ ਨੇ, ਉਸ ਦੇ ਵਿੱਚ ਹੋਰ ਜ਼ਿਆਦਾ ਮਦਦ ਦੇ ਵਾਸਤੇ ਤੇ ਨਾਲ ਹੀ ਜਿਹੜੀਆਂ ਆਰਗੇਨਾਈਜੇਸ਼ਨਸ ਸਾਹਮਣੇ ਆ ਕੇ ਕੰਮ ਕਰ ਰਹੀਆਂ ਸਨ ਉਹਨਾਂ ਦੀ ਮਦਦ ਦੇ ਵਾਸਤੇ ਕਿ ਵਲੰਟੀਅਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਸਿਖਲਾਈ ਦਿੱਤੀ ਜਾ ਸਕੇ। $100 ਮਿਲੀਅਨ ਦੀ ਵਿੱਤੀ ਮਦਦ ਐਲਾਨੀ ਗਈ ਕਿ ਕੋਈ ਵੀ ਵਿਅਕਤੀ ਕੈਨੇਡਾ ਦੇ ਵਿੱਚ ਭੁੱਖਾ ਨਾ ਰਹੇ ਤੇ ਇਸ 'ਤੇ ਭੋਜਨ ਪਹੁੰਚਾਉਣ ਵਾਸਤੇ ਹਰ ਇੱਕ ਨੂੰ ਇਸ ਸੰਬੰਧੀ ਇਹ ਫੰਡ ਐਲਾਨਿਆ ਗਿਆ। ਤੇ ਉਸ ਤੋਂ ਬਾਅਦ ਅਪ੍ਰੈਲ 9 ਨੂੰ ਕੈਨੇਡਾ ਨੇ 20,000 ਕੋਵਿਡ-19 ਨਾਲ ਸੰਬੰਧਿਤ ਕੇਸ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ। 20,000 ਤੋਂ ਵੱਧ ਕੇਸ ਪਹੁੰਚ ਚੁੱਕੇ ਸਨ। ਤੇ ਉਸ ਤੋਂ ਬਾਅਦ ਅਪ੍ਰੈਲ 11 ਨੂੰ ਕੋਵਿਡ-19 ਨਾਲ ਸੰਬੰਧਿਤ ਐਮਰਜੈਂਸੀ ਰਿਸਪੌਂਸ ਐਕਟ ਦੇ ਦਾਇਰੇ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ, ਹੋਰ ਜ਼ਿਆਦਾ ਬਿਜ਼ਨਸਿਸ ਨੂੰ ਮਦਦ ਦੇ ਵਾਸਤੇ ਤਾਂ ਕਿ ਨੌਕਰੀਆਂ ਉਹਨਾਂ ਨੂੰ ਹੋਰ ਜ਼ਿਆਦਾ ਮਿਲ ਸਕਣ, ਇਹ ਐਲਾਨ ਕੀਤਾ ਗਿਆ। ਤੇ ਉਸ ਤੋਂ ਬਾਅਦ ਅਪ੍ਰੈਲ 15 ਨੂੰ ਕੋਵਿਡ-19 ਐਮਰਜੈਂਸੀ ਰਿਸਪੌਂਸ ਐਕਟ ਦੇ ਦਾਇਰੇ ਨੂੰ ਹੋਰ ਜ਼ਿਆਦਾ ਵਧਾਇਆ ਗਿਆ ਤਾਂ ਕਿ ਜਿੰਨੇ ਵੀ ਅਸੈਂਸ਼ੀਅਲ ਵਰਕਰ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ, ਜਿਵੇਂ ਕਿ ਉਹਨਾਂ ਦੀ ਤਨਖਾਹਾਂ 'ਚ ਵੀ ਵਾਧਾ ਕੀਤਾ ਗਿਆ ਸੀ, ਇਹ ਉਸ ਨਾਲ ਸੰਬੰਧਿਤ ਹੈ। ਤੇ ਅਪ੍ਰੈਲ 15 ਨੂੰ ਹੀ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਨਵਾਂ ਪੋਰਟਲ ਵੀ ਜਾਰੀ ਕੀਤਾ ਗਿਆ ਸੀ, ਜੋ ਹੈ ਵੈਲਨੈਸ ਟੂਗੈਦਰ ਕੈਨੇਡਾ, ਜੋ ਕਿ ਜਿੰਨੇ ਵੀ ਵਿਅਕਤੀ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਉਹਨਾਂ ਦੀ ਮਦਦ ਦੇ ਵਾਸਤੇ ਇਹ ਲਾਂਚ ਕੀਤਾ ਗਿਆ, ਜੋ ਇਸ ਸਮੇਂ ਵੀ ਮੌਜੂਦ ਹੈ। ਵੈਲਨੈਸ ਟੂਗੈਦਰ ਕੈਨੇਡਾ ਦੇ ਉੱਤੇ ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ ਕਿ ਮਾਨਸਿਕ ਤੌਰ ਦੇ ਉੱਤੇ ਮਦਦ ਦੇਣ ਦੇ ਵਾਸਤੇ ਲੋਕਾਂ ਨੂੰ ਇਹ ਲਾਂਚ ਕੀਤਾ ਗਿਆ। ਤੇ ਅਪ੍ਰੈਲ 15 ਨੂੰ ਹੀ ਕੈਨੇਡਾ ਦੇ ਵਿੱਚ 1,000 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਸੀ ਕੋਵਿਡ-19 ਦੇ ਕਰਕੇ, ਯਾਨੀ ਕਿ ਇਹਨਾਂ 2 ਤੋਂ 3 ਮਹੀਨਿਆਂ ਦੇ ਵਿੱਚ ਹੀ ਇੰਨਾ ਜ਼ਿਆਦਾ ਕੋਵਿਡ-19 ਫੈਲ ਗਿਆ ਸੀ ਕਿ ਦੇਸ਼ ਭਰ ਦੇ ਵਿੱਚ ਹਾਲਾਤ ਕਾਫੀ ਖਰਾਬ ਵੀ ਹੋ ਗਏ ਸਨ।
ਤੇ ਅਪ੍ਰੈਲ 23 ਨੂੰ ਕੈਨੇਡਾ ਦੇ ਵਿੱਚ 2000 ਮੌਤਾਂ ਦੀ ਪੁਸ਼ਟੀ ਹੋ ਗਈ। ਅਪ੍ਰੈਲ 15 ਤੋਂ ਅਪ੍ਰੈਲ 23 ਤੱਕ 2000 ਮੌਤਾਂ ਦੀ ਪੁਸ਼ਟੀ, ਕਾਫੀ ਜਲਦੀ ਫਿਰ ਤੇਜ਼ੀ ਦੇ ਨਾਲ ਗਿਣਤੀ ਜੋ ਕੋਵਿਡ-19 ਨਾਲ ਸੰਬੰਧਿਤ ਮਰੀਜ਼ਾਂ ਦੀ ਵੀ ਤੇ ਮੌਤਾਂ ਦੀ ਵੀ ਵਧਣ ਲੱਗ ਪਈ ਸੀ। ਤੇ ਇਸੇ ਨਾਲ ਹੀ ਅਪ੍ਰੈਲ 23 ਨੂੰ ਹੀ ਕੈਨੇਡਾ ਨੇ $1 ਬਿਲੀਅਨ ਦੀ ਮਦਦ ਨੈਸ਼ਨਲ ਮੈਡੀਕਲ ਰਿਸਰਚ ਸਟ੍ਰੈਟਜੀ ਵਾਸਤੇ ਐਲਾਨੀ, ਤਾਂ ਕਿ ਕੋਵਿਡ-19 ਦੇ ਨਾਲ ਲੜਨ ਦੇ ਵਾਸਤੇ ਹੋਰ ਜ਼ਿਆਦਾ ਰਿਸਰਚ ਕੀਤੀ ਜਾਵੇ ਤੇ ਉਸ ਦੇ ਵਿੱਚ ਕੋਈ ਇਲਾਜ ਲੱਭਿਆ ਜਾਵੇ ਤੇ ਮਦਦ ਕੀਤੀ ਜਾਵੇ। ਤੇ ਉਸ ਤੋਂ ਬਾਅਦ ਅਪ੍ਰੈਲ 28 ਨੂੰ ਕੈਨੇਡਾ ਵਿੱਚ 50,000 ਤੋਂ ਵੱਧ ਕਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਸੀ। ਤੇ ਅਪ੍ਰੈਲ 29 ਨੂੰ ਕੈਨੇਡਾ ਨੇ ਇੱਕ ਨਵੀਂ ਮੋਬਾਈਲ ਐਪ ਲਾਂਚ ਕੀਤੀ, ਅਰਾਈਵਕੈਨ, ARRIVECAN। ਇਸ ਦੀ ਜਾਣਕਾਰੀ ਅਸੀਂ ਤੁਹਾਨੂੰ ਪਹਿਲਾਂ ਵੀ ਦੇ ਚੁੱਕੇ ਹਾਂ ਕਿ ਇਹ ਐਪਲੀਕੇਸ਼ਨ ਉਹਨਾਂ ਦੇ ਵਾਸਤੇ ਸੀ ਕਿ ਜਿਹੜੇ ਵੀ ਕੈਨੇਡਾ ਦੇ ਵਿੱਚ ਆਉਂਦੇ ਨੇ ਯਾਤਰੀ, ਉਹ ਪਹਿਲਾਂ ਹੀ ਅਰਾਈਵਕੈਨ ਐਪਲੀਕੇਸ਼ਨ ਦੇ ਰਾਹੀਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਜੋ ਉਹਨਾਂ ਨੂੰ ਏਅਰਪੋਰਟ ਦੇ ਉੱਤੇ ਪੁੱਛੇ ਜਾਣੇ ਨੇ, ਤਾਂ ਕਿ ਸਮੇਂ ਦੀ ਬੱਚਤ ਹੋ ਸਕੇ। ਤੇ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਵਾਸਤੇ ਸਾਰਿਆਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈ, ਜਿਹੜੇ ਵੀ ਕੈਨੇਡਾ ਦੇ ਵਿੱਚ ਆਉਂਦੇ ਨੇ ਬਾਹਰਲੇ ਮੁਲਕਾਂ ਤੋਂ, ਉਹਨਾਂ ਨੂੰ ਜਿਹੜੀ ਜਾਣਕਾਰੀ ਦੇਣੀ ਜ਼ਰੂਰੀ ਹੈ ਉਹ ਜਾਣਕਾਰੀ ਇਸ ਐਪਲੀਕੇਸ਼ਨ ਦੇ ਰਾਹੀਂ ਦਿੱਤੀ ਜਾ ਸਕਦੀ ਹੈ, ਜਿਸ ਦੇ ਨਾਲ ਕਾਫੀ ਜ਼ਿਆਦਾ ਸਮਾਂ ਸਾਰਿਆਂ ਦਾ ਬਚ ਸਕਦਾ ਹੈ ਪੂਰੀ ਜਾਂਚ ਹੋਣ ਦੌਰਾਨ। ਤੇ ਇਸ ਤੋਂ ਬਾਅਦ ਵੀ ਜੋ ਮਦਦ ਦੇ ਵਾਸਤੇ ਬਾਰ-ਬਾਰ ਜਿਹੜੇ ਹੋਰ ਕਈ ਪ੍ਰੋਗਰਾਮ ਪਹਿਲਾਂ ਐਲਾਨੇ ਗਏ ਸੀ, ਉਹਨਾਂ ਦਾ ਦਾਇਰਾ ਵੀ ਵਧਾਇਆ ਗਿਆ ਤੇ ਹੁਣ ਤੱਕ 17 ਲੱਖ ਤੋਂ ਵੱਧ ਜਿਹੜੇ ਕੈਨੇਡੀਅਨ ਨੇ ਉਹਨਾਂ ਦੇ ਟੈਸਟ ਕੋਵਿਡ-19 ਨੂੰ ਲੈ ਕੇ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 93,000 ਤੋਂ ਵੱਧ ਜਿਹੜੇ ਮਰੀਜ਼ ਪਾਏ ਗਏ ਨੇ। ਯਾਨੀ ਕਿ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਲੱਛਣ ਤਾਂ ਦਿਖਾਈ ਦਿੰਦੇ ਨੇ, ਪਰ ਉਹ ਹੋਰ ਚੀਜ਼ਾਂ ਦੇ ਨਾਲ ਵੀ ਸੰਬੰਧਿਤ ਹੋ ਸਕਦੇ ਨੇ ਜੋ ਕੋਵਿਡ-19 ਤੋਂ ਪੀੜਤ ਨਹੀਂ ਨੇ, ਪਰ ਫਿਰ ਵੀ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਲੱਛਣ ਦਿਖਾਈ ਦਿੰਦੇ ਨੇ। ਤੇ ਉਸ ਦੇ ਉੱਤੇ ਬਾਰ-ਬਾਰ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਹੀ ਕੈਨੇਡਾ ਦੀ ਸਿਹਤ ਅਧਿਕਾਰੀ ਦੇ ਵੱਲੋਂ ਵੀ ਖਾਸ ਤੌਰ 'ਤੇ ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਸਮੇਂ ਕੈਨੇਡਾ ਭਰ ਦੇ ਵਿੱਚ ਇਕੋਨਮੀ ਨੂੰ ਖੋਲ੍ਹਣ ਦੇ ਵਾਸਤੇ ਫੈਸਲੇ ਲਏ ਜਾ ਰਹੇ ਨੇ, ਜੇਕਰ ਇਸ ਦੇ ਵਿੱਚ ਥੋੜ੍ਹੀ ਵੀ ਅਣਗਹਿਲੀ ਕੀਤੀ ਜਾਂਦੀ ਹੈ ਤਾਂ ਦੁਬਾਰਾ ਤੋਂ ਕੋਵਿਡ-19 ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਫੈਲ ਸਕਦਾ ਹੈ, ਜੋ ਪਹਿਲਾਂ ਨਾਲੋਂ ਵੀ ਜ਼ਿਆਦਾ ਭਿਆਨਕ ਹੋ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਸਿਰਫ 3 ਤੋਂ 4 ਮਹੀਨਿਆਂ ਦੀ ਜਾਣਕਾਰੀ ਹੈ, 3 ਤੋਂ 4 ਮਹੀਨਿਆਂ ਦੇ ਵਿੱਚ ਹੀ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ। ਕੋਵਿਡ-19 ਇੰਨਾ ਜ਼ਿਆਦਾ ਫੈਲ ਗਿਆ ਤੇ ਵੱਖੋ ਵੱਖਰੇ ਫੈਸਲੇ ਹਰ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਲੈ ਰਿਹਾ ਹੈ। ਤੇ ਇਸੇ ਨੂੰ ਲੈ ਕੇ ਹੁਣ ਕਈ ਬਹੁਤ ਸਾਰੇ ਅਜਿਹੇ ਨੇ ਜੋ ਸਵਾਲ ਪੁੱਛ ਰਹੇ ਨੇ ਬਾਰ-ਬਾਰ। ਉਹਨਾਂ ਨੂੰ ਇਹ ਵੀ ਹੈ ਕਿ ਆਪਣੇ ਘਰਾਂ ਨੂੰ ਵੀ ਵਾਪਸ ਪਰਤਣਾ ਕਈਆਂ ਨੇ ਤੇ ਆਪਣੇ ਕੰਮਕਾਜ ਵੀ ਸ਼ੁਰੂ ਕਰਨੇ ਨੇ, ਪਰ ਇਸ ਸਮੇਂ ਇਹੀ ਹੈ ਕਿ ਸੁਰੱਖਿਆ ਨੂੰ ਲੈ ਕੇ ਜ਼ਰੂਰ ਪਹਿਲਾਂ ਦੇਖਿਆ ਜਾਵੇ ਤੇ ਕਦਮ ਚੁੱਕੇ ਜਾਣ। ਆਪਣੇ ਤੇ ਆਪਣੇ ਪਰਿਵਾਰ ਦੇ ਬਚਾਅ ਦਾ ਪਹਿਲਾਂ ਦੇਖਿਆ ਜਾਵੇ, ਤਾਂ ਉਸ ਤੋਂ ਬਾਅਦ ਹੀ ਜੋ ਟਰੈਵਲ ਕਰਨ ਦੇ ਵਾਸਤੇ ਵੀ ਸੋਚਿਆ ਜਾਵੇ, ਕਿਉਂਕਿ ਕੋਵਿਡ-19 ਦੀ ਬਿਮਾਰੀ ਦੇ ਬਾਰੇ ਸਾਰੇ ਜਾਣਦੇ ਨੇ ਕਿ ਇਹ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ। ਤੇ ਸਭ ਤੋਂ ਜ਼ਿਆਦਾ ਖਤਰਾ ਇਸ ਦਾ ਇਹੋ ਰਹਿੰਦਾ ਹੈ ਕਿ ਇਹ ਇੱਕ ਜਣੇ ਤੋਂ ਹੋਰ ਪਤਾ ਨਹੀਂ ਕਿੰਨਿਆਂ ਨੂੰ ਹੋ ਜਾਂਦਾ ਹੈ, ਤੇ ਉਸ ਦੌਰਾਨ ਦਾ ਜਿਹੜਾ ਉਹ ਸਮਾਂ ਹੁੰਦਾ ਹੈ ਤੇ ਉਸ ਦੌਰਾਨ ਜਿਹੜਾ ਦੂਜਿਆਂ ਦੇ ਵਿੱਚੋਂ ਫੈਲਦਾ ਉਹ ਖਤਰਨਾਕ ਸਾਬਤ ਹੋ ਜਾਂਦਾ ਹੈ, ਕਿਉਂਕਿ ਕਈ ਨਹੀਂ ਸਹਿ ਪਾਉਂਦੇ ਇਸ ਬਿਮਾਰੀ ਨਾਲ, ਨਹੀਂ ਲੜ ਪਾਉਂਦੇ ਤੇ ਦਮ ਤੋੜ ਦਿੰਦੇ ਨੇ। ਤੇ ਇਸੇ ਕਰਕੇ ਜਿਹੜੇ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਏ ਤੇ ਜਦੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੈਨੇਡਾ ਸਰਕਾਰ ਦੇ ਵੱਲੋਂ, ਤਾਂ ਉੱਥੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਸਭ ਤੋਂ ਜ਼ਿਆਦਾ 65 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀ ਨੇ ਜਿਹੜੇ ਉਹ ਕੋਵਿਡ-19 ਨਾਲ ਲੜਨ ਦੇ ਵਾਸਤੇ ਉਹਨਾਂ ਲਈ ਕਾਫੀ ਮੁਸ਼ਕਲ ਹੁੰਦਾ, ਜਾਂ ਫਿਰ ਜਿਨ੍ਹਾਂ ਦੀ ਪਹਿਲਾਂ ਹੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੈ, ਉਹਨਾਂ ਦੇ ਨਾਲ ਜਿਹੜਾ ਕਾਫੀ ਖਤਰਨਾਕ ਹੋ ਜਾਂਦਾ ਹੈ ਤੇ ਉਹ ਹੋ ਸਕਦਾ ਕੋਵਿਡ-19 ਦੇ ਸਾਹਮਣੇ ਜ਼ਿੰਦਗੀ ਦੀ ਲੜਾਈ ਨੂੰ ਹਾਰ ਸਕਦੇ ਨੇ। ਤੇ ਸਭ ਤੋਂ ਅਹਿਮ ਇਹੋ ਹੈ ਕਿ ਜੇਕਰ ਤੁਸੀਂ ਕੋਵਿਡ-19 ਦਾ ਕੋਈ ਵੀ ਲੱਛਣ ਆਪਣੇ 'ਚ ਪਾਉਂਦੇ ਹੋ, ਜ਼ੁਕਾਮ ਵੀ ਜੇਕਰ ਹੁੰਦਾ ਹੈ, ਬੁਖਾਰ ਹੁੰਦਾ ਹੈ, ਤਾਂ ਜਦੋਂ ਤੱਕ ਟੈਸਟ ਨਹੀਂ ਹੋ ਜਾਂਦਾ, ਸਿਹਤ ਅਧਿਕਾਰੀ ਨਹੀਂ ਕਹਿ ਦਿੰਦੇ, ਉਦੋਂ ਤੱਕ ਆਪਣੇ ਆਪ ਨੂੰ 14 ਦਿਨ ਵਾਸਤੇ ਘਰ ਦੇ ਵਿੱਚ ਬੰਦ ਜ਼ਰੂਰ ਕਰ ਲਵੋ, ਤਾਂ ਕਿ ਇਹ ਪੁਸ਼ਟੀ ਹੋ ਸਕੇ ਕਿ ਤੁਸੀਂ ਤੰਦਰੁਸਤ ਹੋ ਤੇ ਤੁਸੀਂ ਦੂਜਿਆਂ ਨੂੰ ਕੋਵਿਡ-19 ਨਾਲ ਸੰਬੰਧਿਤ ਬਿਮਾਰੀ ਦੇ ਨਾਲ ਬਿਮਾਰ ਨਹੀਂ ਕਰੋਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।